ਸਤਿ ਸ਼੍ਰੀ ਅਕਾਲ ਸਾਰੇ ਭਰਾਵੋ ਤੇ ਭੈਣੋ, ਮੇਰੇ ਪੰਜਾਬੀਓ ਵੀਰੋ ਤੇ ਮੇਰੀ ਭੈਣੋ। ਅੱਜ ਦੀ ਵੀਡੀਓ 'ਚ ਮੈਂ ਗੱਲ ਕਰਨ ਵਾਲਾ ਵਾਂ ਲਵਪ੍ਰੀਤ ਤੇ ਬੇਅੰਤ ਕੌਰ ਦੇ ਕੇਸ ਬਾਰੇ। ਸਭ ਤੋਂ ਪਹਿਲਾਂ ਇਹ ਜੋ ਕੇਸ ਲੱਗ ਰਿਹਾ ਹੈ ਹੁਣ ਤੱਕ, ਜੋ ਆਪਾਂ ਚੈਟ ਤੋਂ ਦੇਖਿਆ ਤੇ ਸਾਰੀਆਂ ਦੋਨਾਂ ਪਾਸੇ ਦੀਆਂ ਗੱਲਾਂ ਸੁਣ ਕੇ ਲੱਗਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਗਲਤੀ ਦੋਨੇ ਪਰਿਵਾਰਾਂ ਦੀ ਹੈਗੀ ਆ ਕਿ ਜਿਨ੍ਹਾਂ ਨੇ ਇਸ ਲਾਲਚ ਵਿੱਚ ਵਿਆਹ ਕੀਤਾ। ਪਰ ਔਨ ਦਾ ਅਦਰ ਹੈਂਡ ਮੈਨੂੰ ਇਹ ਲੱਗ ਰਿਹਾ ਕਿ ਮੁੰਡਾ ਕਾਫੀ ਇਨਵੋਲਵਡ ਸੀ। ਮੁੰਡਾ ਕਾਫੀ ਇੱਕ ਸੱਚੇ ਦਿਲੋਂ ਉਸ ਕੁੜੀ 'ਚ ਇੰਟਰਸਟਡ ਸੀ, ਉਹਨੂੰ ਆਪਣੀ ਘਰ ਵਾਲੀ ਦਿਲੋਂ ਮੰਨਦਾ ਸੀ। ਜਦੋਂ ਕਿ ਦੂਜੀ ਸਾਈਡ ਜੋ ਕਿ ਆਪਾਂ ਨੂੰ ਚੈਟ ਤੋਂ ਤੇ ਜੋ ਆਪਾਂ ਪੂਰੇ ਕੇਸ ਨੂੰ ਜੇ ਸਟੱਡੀ ਕਰੀਏ ਹੁਣ ਤੱਕ, ਇਹ ਲੱਗ ਰਿਹਾ ਕਿ ਉਹ ਕੁੜੀ ਸਿਰਫ ਬਾਹਰ ਜਾਣ ਲਈ ਮੁੰਡੇ ਨੂੰ ਯੂਜ਼ ਕਰ ਰਹੀ ਸੀ। ਪਹਿਲਾਂ ਤਾਂ ਇਹ ਜੋ ਉਹ ਕੁੜੀ ਨੂੰ ਕਾਫੀ ਟਾਈਮ ਹੋ ਗਿਆ ਵਰਕ ਪਰਮਿਟ ਵੀ ਲਿੱਤੇ ਹੋਏ ਨੂੰ, ਤੇ ਕਰੋਨਾ ਤੋਂ ਪਹਿਲਾਂ ਜਾ ਚੁੱਕੀ ਸੀ ਉਹ ਉੱਥੇ। ਤੇ ਜਦੋਂ ਉਹਦਾ ਵਿਆਹ ਹੋਇਆ, ਉਹ ਥੋੜ੍ਹੇ ਟਾਈਮ ਬਾਅਦ ਕਾਗਜ਼ ਪੱਤਰ ਕੋਈ ਭੇਜ ਸਕਦੀ ਸੀ। ਮੈਂ ਤਾਂ ਹੈਰਾਨ ਹਾਂ ਵੀ ਦੇਖ ਕੇ ਕਿ ਮੁੰਡੇ ਵਾਲਿਆਂ ਨੂੰ ਦੇ ਕੋਲ ਕੋਈ ਵੀ ਉਹਦਾ ਐਡਰੈਸ ਵੀ ਨਹੀਂ ਹੈ। ਮੁੰਡੇ ਵਾਲੇ ਤਾਂ ਇੰਨਾ ਵਿਸ਼ਵਾਸ ਰੱਖ ਕੇ ਹੁਣ ਤੱਕ ਉੱਥੇ ਬੈਠੇ ਰਹੇ ਆ। ਨਹੀਂ ਤਾਂ ਜੇ ਕਿਸੇ ਨੇ ਪੈਸੇ ਲਾਏ ਹੋਣ ਕੁੜੀ ਦੀ ਫੀਸਾਂ 'ਤੇ 20-25 ਲੱਖ ਖਰਚ ਦਿੱਤਾ, ਉਹ ਤਾਂ ਮਗਰ ਪੈ ਜਾਣ ਉਹਦੇ ਬੇਅੰਤ ਕੌਰ ਪਿੱਛੇ, ਉਹਦੇ ਪੇਰੈਂਟਸ ਪਿੱਛੇ। ਉਹ ਤਾਂ ਇੰਡੀਆ 'ਚ ਬੈਠੇ ਆ ਕਿ ਉਹਦੇ ਮਗਰ ਪੈ ਜਾਣ ਕਿ ਸਾਨੂੰ ਕਿਉਂ ਨਹੀਂ ਡਾਕੂਮੈਂਟ ਭੇਜ ਰਹੇ। ਉਹਨਾਂ ਕੋਲ ਤਾਂ ਉਹਦਾ ਐਡਰੈਸ ਤੱਕ ਨਹੀਂ ਆ। ਇਹ ਗੱਲਾਂ 'ਚ ਯਕੀਨ ਮੰਨੋ, ਇਹ ਮੁੰਡੇ ਵਾਲਿਆਂ ਦੀ ਥੋੜ੍ਹੀ ਬਹੁਤ ਇਸ ਗੱਲੋਂ ਗਲਤੀ ਹੈਗੀ ਆ। ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਸੀ, ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਸੀ। ਜਦੋਂ ਉਹਨਾਂ ਨੂੰ ਪਤਾ ਲੱਗ ਚੁੱਕਾ ਕਿ ਟਾਈਮ ਲੱਗ ਰਿਹਾ, ਉਹਨਾਂ ਕੋਲ ਕੋਈ ਵੀ ਡਾਕੂਮੈਂਟ ਨਹੀਂ ਆ, ਅਤੇ ਲਵਪ੍ਰੀਤ ਨੂੰ ਵੀ ਥੋੜ੍ਹੀ ਬਹੁਤ ਉਹਦੀ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ। ਮੇਰਾ ਭਰਾ ਬਹੁਤ ਜਲਦੀ ਚਲਾ ਗਿਆ, ਉਹਦਾ ਬਿਲਕੁਲ ਉਹਦੇ ਨਾਲ ਗਲਤ ਹੋਇਆ। ਪਰ ਮੈਂ ਸਾਰੇ ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਅਤੇ ਭੈਣਾਂ ਨੂੰ ਵੀ, ਦੇਖੋ ਜ਼ਿੰਦਗੀ 'ਚ ਉਤਾਰ ਚੜਾਅ ਤਾਂ ਆਉਂਦੇ ਰਹਿੰਦੇ ਆ, ਪਰ ਪਲੀਜ਼ ਇਹੋ ਜਿਹਾ ਕਦਮ ਚੱਕਣ ਤੋਂ ਪਹਿਲਾਂ ਆਪਣੇ ਪੇਰੈਂਟਸ ਬਾਰੇ, ਆਪਣੇ ਜਿਹੜੇ ਤੁਹਾਨੂੰ ਪਿਆਰ ਕਰਦੇ ਆ, ਧੋਖਾ ਦੇਣ ਵਾਲੇ ਤਾਂ ਬਹੁਤ ਹੁੰਦੇ ਆ ਦੁਨੀਆ 'ਚ, ਉਹਨਾਂ ਬਾਰੇ ਤਾਂ ਸੋਚਣਾ ਹੀ ਕੀ। ਸੋਚੋ ਅਤੇ ਪਿਆਰ ਕਰਨ ਵਾਲੇ ਬਾਰੇ ਸੋਚੋ। ਅਤੇ ਪਲੀਜ਼ ਭਰਾ ਹੱਥ ਜੋੜ ਕੇ ਕਹਿੰਦਾ ਇਹ ਚੀਜ਼ ਨਾ ਕਰੋ। ਲਾਈਫ 'ਚ ਸਾਰਿਆਂ ਨਾਲ ਉਤਾਰ ਚੜਾਅ ਆਉਂਦਾ, ਮੰਨਦਾ ਕਿਸੇ ਨਾਲ ਥੋੜ੍ਹੇ ਜ਼ਿਆਦਾ ਆ ਜਾਂਦੇ ਆ, ਪਰ ਪਲੀਜ਼। ਬਾਕੀ ਮੈਂ ਇੱਕ ਗੱਲ ਸਾਰਿਆਂ ਨੂੰ ਇੱਕ ਹੋਰ ਰਿਕੁਐਸਟ ਕਰਨਾ ਚਾਹੂੰਗਾ। ਮੈਨੂੰ ਯਕੀਨ ਆ ਕਿ ਜਿੰਨੇ ਵੀ ਮੈਨੂੰ ਹੁਣ ਦੇਖ ਰਹੇ ਆ ਇਸ ਵੀਡੀਓ ਦੇ ਜ਼ਰੀਏ, ਉਹਨਾਂ 'ਚ ਕੋਈ ਨਹੀਂ ਇਹ ਕੰਮ ਕਰਦਾ ਹੋਊਗਾ। ਪਰ ਜੇ ਵੀ ਕੋਈ ਜਾਣਦਾ, ਕੋਈ ਬੇਅੰਤ ਕੌਰ ਨੂੰ ਕੋਈ ਵਾਰਨਿੰਗ ਟਾਈਪ ਕੋਈ ਇਸ ਤਰ੍ਹਾਂ ਦੇ ਮੈਸੇਜ ਕੋਲਾਂ ਕਰਦਾ ਪਿਆ, ਜੇ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ, ਜੇ ਤੁਸੀਂ ਲਵਪ੍ਰੀਤ ਨੂੰ ਉਹਨੂੰ ਇਨਸਾਫ ਦਿਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਹ ਨਾ ਕਰੋ, ਕਿਉਂਕਿ ਬੇਅੰਤ ਕੌਰ ਨੂੰ ਇਹਦਾ ਦੂਰ ਜਾ ਕੇ ਲੌਂਗ ਟਰਮ ਵਿੱਚ ਉਹਨੂੰ ਇਹਦਾ ਫਾਇਦਾ ਹੀ ਹੋਊਗਾ। ਉਹ ਮੈਂ ਦੱਸਦਾ ਥੋੜ੍ਹੇ ਦੇਰ ਵਿੱਚ ਤੁਹਾਨੂੰ ਕਿਸ ਤਰ੍ਹਾਂ ਫਾਇਦਾ ਹੋਊਗਾ। ਸਭ ਤੋਂ ਪਹਿਲਾਂ ਮੈਂ ਜੇ ਕੁੜੀ ਦੇ ਵੀਡੀਓਜ਼ ਉਹਦੀ ਇੰਟਰਵਿਊ ਦੇਖਾਂ, ਉਹ ਮੈਨੂੰ ਇੱਕ ਬਹੁਤ ਹੀ ਚਲਾਕ, ਪੜ੍ਹੀ ਲਿਖੀ ਤਾਂ ਹੈਗੀ ਆ ਉਹ ਕੁੜੀ, ਨੋ ਡਾਊਟ। ਉਹ ਬੜੀ ਹੀ ਇੱਕ ਸੁਚੇਤ, ਬੜੀ ਹੀ ਇੱਕ ਚਲਾਕ, ਐਂਡ ਉਹਨੂੰ ਮੈਨੂੰ ਲੱਗ ਰਿਹਾ ਕਿ ਉਹਨੂੰ ਸਭ ਕੁਝ ਪਤਾ, ਉਹ ਸਭ ਕੁਝ ਸਟੱਡੀ ਉਹਨੇ ਕੀਤਾ ਹੋਇਆ, ਅਤੇ ਬੜੇ ਧਿਆਨ ਨਾਲ ਹਰ ਸਟੈਪ ਲੈ ਰਹੀ ਆ। ਉਹਦੇ ਹਰ ਵਰਡ ਇੰਟਰਵਿਊ ਵਿੱਚ, ਪਹਿਲੀ ਗੱਲ ਕਿਹਨੂੰ ਇੰਟਰਵਿਊ ਦੇਣੀ ਆ, ਕਿਹਨੂੰ ਨਹੀਂ ਦੇਣੀ, ਇਹ ਬੜੇ ਧਿਆਨ ਨਾਲ ਉਹ ਡਿਸਾਈਡ ਕਰਦੀ ਹੈ। ਆਮ ਸ਼ੋਰ ਬੈਕਡੋਰ ਵਿੱਚ ਉਹ ਵੀ ਗੱਲ ਚੱਲਦੀ ਹੋਏਗੀ ਕਿ ਤੁਸੀਂ ਮੈਨੂੰ ਕਾਊਂਟਰ ਕੁਐਸਚਨ ਨਹੀਂ ਕਰ ਸਕਦੇ, ਇੰਟਰਵਿਊ ਦੀ ਸ਼ਰਤਾਂ, ਜੋ ਕਿ ਮੈਨੂੰ ਲੱਗਦਾ ਜੋ ਕਿ ਉਹ ਹੁੰਦਾ ਪ੍ਰਤੀਤ ਹੁੰਦਾ, ਜਿੰਨੀ ਵੀ ਮੈਂ ਵੀਡੀਓ ਦੇਖੀ ਆ, ਕਿ ਆਪਾਂ ਸਾਰਿਆਂ ਨੂੰ, ਮੈਨੂੰ ਯਕੀਨ ਆ ਕਿ ਆਪਾਂ ਸਾਰਿਆਂ ਨੂੰ ਜਿਨ੍ਹਾਂ ਨੇ ਵੀਡੀਓ ਦੇਖੀ ਆ, ਆਪਾਂ ਸਾਰੇ ਇੱਕੋ ਗੱਲ ਕਹਿੰਦੇ ਹੋਣਗੇ ਥੋੜ੍ਹੀ ਦੇਰ ਬਾਅਦ ਕਿ ਇਹ ਕਾਊਂਟਰ ਕੁਐਸਚਨ ਕਿਉਂ ਨਹੀਂ ਮੈਡਮ ਕਰ ਰਹੀ ਜਾਂ ਸਰ ਕਰ ਰਹੇ, ਕਿ ਉਹਨੇ ਬੜੀ ਆਸਾਨੀ ਨਾਲ ਉਹਦਾ ਜਵਾਬ ਦੇ ਕੇ ਨਿਕਲ ਗਈ।
ਜਦੋਂ ਕਿ ਰਿਪੋਰਟਰ ਜਰਨਲਿਸਟ ਇਸ ਚੀਜ਼ ਨੂੰ ਬਹੁਤ ਹੀ ਡੂੰਘੀ ਤਰ੍ਹਾਂ ਜਾ ਕੇ ਉਹਨੂੰ ਸਟੱਡੀ ਕਰਕੇ ਤੇ ਪਿੱਛੇ ਪੈ ਜਾਂਦੇ ਆ। ਪਰ ਐਨੀਵੇ, ਜੇ ਆਪਾਂ ਉਸ ਕੁੜੀ ਦੇ ਦੇਖੀਏ, ਉਹਨੇ ਦੇਖੋ ਉਸ ਮੁੰਡੇ ਬਾਰੇ ਕੋਈ ਨਹੀਂ, ਕਿ ਜਿਹਨਾਂ ਉਹਦੀ ਫੋਟੋ ਅੱਗੇ ਆਈ ਆ ਉਹਨੇ ਉਹਦੇ ਬਾਰੇ ਕੋਈ ਨਾਮ ਨਹੀਂ ਲਿਆ। ਉਹ ਕਹਿੰਦੀ ਮੇਰਾ ਵਕੀਲ। ਜੇ ਤੂੰ ਸੱਚ ਹੈਗੀ ਆ, ਜੇ ਤੂੰ ਮੁੰਡੇ ਨੂੰ ਜਾਣਦੀ ਨਹੀਂ ਤੇ ਇੱਕੋ ਹੀ ਗੱਲ ਕਹਿਣੀ ਹੈ ਤੂੰ, ਮੈਂ ਨਹੀਂ ਜਾਣਦੀ। ਕੋਈ ਇਹਦੇ ਵਿੱਚ ਕਾਨੂੰਨੀ ਤੌਰ 'ਤੇ ਵੀ ਉਹਨਾਂ ਕੋਈ ਗਲਤ ਤਾਂ ਹੋ ਨਹੀਂ ਜਾਣਾ। ਪਰ ਚਲੋ, ਜੋ ਕਿ ਦੇਖ ਕੇ ਆਪਾਂ ਨੂੰ ਲੱਗਦਾ ਕਿ ਜੇ ਉਹ ਬਿਲਕੁਲ ਸੱਚੀ ਹੁੰਦੀ ਤੇ ਆਪਾਂ ਨੂੰ ਨਹੀਂ ਲੱਗਦਾ ਕਿ ਉਹ ਇਹ ਗੱਲ, ਕਿਉਂਕਿ ਉਹਨੂੰ ਪਤਾ ਹੋਣਾ, ਜੋ ਕਿ ਉਹਦੀ ਇੰਨੀ ਉਹ ਸੁਲਝੀ ਤਰ੍ਹਾਂ ਤਰੀਕੇ ਨਾਲ ਗੱਲ ਕਰਦੀ ਹੈ ਸਟੈਪ ਬਾਏ ਸਟੈਪ। ਉਹਨੂੰ ਵੀ ਪਤਾ ਵਾ ਕਿ ਜੇ ਮੈਂ ਇਸ ਚੀਜ਼ ਨੂੰ ਲੁਕਾਉਂਗੀ ਤਾਂ ਬਲਕਿ ਸ਼ੱਕ ਵਧੂਗਾ, ਪਰ ਜੇ ਦੱਸੇਗੀ ਕੁਛ ਤਾਂ ਉਹਨੂੰ ਕਹਿਣਾ ਪੈਣਾ ਵਾ। ਜੇ ਉਹ ਕੋਈ ਵੀ ਡਿਟੇਲ 'ਚ ਜਾਂਦੀ ਹੈ ਤਾਂ ਉਹਨੂੰ ਲੱਗਦਾ ਵਾ ਕਿ ਉਹਦੇ ਅਗੇਂਸਟ ਯੂਜ਼ ਹੋ ਸਕਦੀ ਹੈ, ਇਸੇ ਕਰਕੇ ਉਹ ਨਹੀਂ ਦੇ ਰਹੀ। ਬਾਕੀ ਜੇ ਚੈਟ ਦੇਖਿਆ ਜਾਵੇ, ਮੁੰਡਾ ਉਹਨੂੰ ਬੜੇ ਹੀ ਤੁਸੀਂ ਕਹਿ ਕੇ ਗੱਲਾਂ ਕਰਦਾ ਅਤੇ ਕੁੜੀ ਉਹ ਬਿਲਕੁਲ ਹੀ ਉਹਨੂੰ ਇੱਕ ਬੜੀ ਗਲਤ ਤਰੀਕੇ ਨਾਲ ਪੇਸ਼ ਆਉਂਦੀ। ਕਦੀ ਮੈਂ ਰੋਟੀ ਖਾ ਰਹੀ ਹੈ, ਕਦੀ ਕੰਮ ਕਰ ਰਹੀ ਆ। ਬਈ ਜਿਹਨੇ ਗੱਲ ਕਰਨੀ ਉਹਨੇ ਬੱਸ ਵਿੱਚ ਬੈਠੇ ਵੀ ਕਰ ਦੇਣਾ। ਉਹ ਕਲੀਅਰਲੀ ਮੁੰਡਾ ਲੱਗ ਰਿਹਾ ਕਿ ਉਹ ਦਿਨ ਰਾਤ ਕਿਸੇ ਟਾਈਮ ਵੀ ਉਹਦੇ ਨਾਲ ਗੱਲ ਕਰਨ ਲਈ ਅਵੇਲੇਬਲ ਹੈਗਾ। ਜੇ ਇੰਡੀਆ 'ਚ ਰਾਤ ਵੀ ਪਈ ਹੈ, ਕੈਨੇਡਾ 'ਚ ਦਿਨ ਵੀ ਹੈ, ਤਾਂ ਮੈਨੂੰ ਨਹੀਂ ਲੱਗਦਾ ਮੁੰਡਾ ਕਦੀ ਮਿਸ ਕਰੂਗਾ ਕੋਲ। ਜਿੱਦਾਂ ਆਪਾਂ ਚੈਟਾਂ 'ਚ ਪੜ੍ਹ ਕੇ ਲੱਗਦਾ ਪਿਆ ਕਿ ਉਹ ਮੁੰਡਾ ਉਹਨੂੰ ਰਿਕੁਐਸਟ ਬਾਰ-ਬਾਰ ਕਰਦਾ ਪਿਆ ਕਿ ਤੂੰ, ਉਹਨੇ ਈਵਨ ਇੱਥੋਂ ਤੱਕ ਵੀ ਕਿਹਾ ਵਾ ਕਿ ਜੇ ਤੂੰ ਨਹੀਂ ਵੀ ਹੁੰਦਾ ਤੂੰ ਇੱਥੇ ਵਾਪਸ ਆ ਜਾ, ਆਪਾਂ ਇੱਥੇ ਰਹਿ ਲਵਾਂਗੇ। ਅਤੇ ਕੁੜੀ ਕਈ ਗੱਲੋਂ ਭਰਾ ਭੈਣ, ਜਦੋਂ ਆਪਾਂ ਇੱਦਾਂ ਕੈਨੇਡਾ ਦੀ ਆ ਇੱਦਾਂ ਬਾਹਰ ਦੀ ਐਪਲੀਕੇਸ਼ਨ ਲਾਉਂਦੇ ਆ ਇਹੋ ਜਿਹੇ ਕੇਸਾਂ 'ਚ, ਅਤੇ ਅੰਬੈਸੀ ਸਟੱਡੀ ਕਰਦੀ ਹੈ ਕਿ ਤੁਸੀਂ ਕਿੰਨਾ ਟਾਈਮ ਨਾਲ ਬਿਤਾਇਆ। ਅਤੇ ਜਦੋਂ ਕੁੜੀ ਵਿਆਹ ਕਰਵਾਉਣ ਲਈ ਵੀ ਆਈ ਆ, ਉਹ ਜ਼ਿਆਦਾ ਟਾਈਮ ਰਹੀ ਨਹੀਂ। ਉਹ ਚੀਜ਼ਾਂ ਮੈਨੂੰ ਲੱਗਦਾ ਹੋ ਸਕਦਾ ਕਿ ਉਹਨੇ ਸਟੱਡੀ ਕੀਤੀ ਆਏ, ਕਿ ਉਹਦੇ ਦਿਮਾਗ 'ਚ ਪਲਾਨ ਹੈਗੇ ਸੀ ਕਿ ਜੇ ਮੁੰਡੇ ਵਾਲੇ ਮੈਨੂੰ ਪ੍ਰੈਸ਼ਰਾਈਜ਼ ਕਰਨਗੇ, ਮੈਨੂੰ ਕਹਿਣਗੇ ਜ਼ਿਆਦਾ, ਮੈਨੂੰ ਭੇਜਣੇ ਪੈਣੇ ਡਾਕੂਮੈਂਟ, ਅਤੇ ਮੈਂ ਇਹ ਕੇਸ ਨੂੰ ਜ਼ਿਆਦਾ ਸਟਰੋਂਗ ਨਾ ਹੋਣ ਦੇਵਾਂ। ਪਰ ਉਹ ਹੋਇਆ ਨਹੀਂ ਕਿ ਪਰ ਉਹਨੇ ਜੋ ਵੀ ਐਕਸ਼ਨਸ ਆ, ਜਿੱਦਾਂ ਉਹ ਇੰਡੀਆ ਗਈ ਆ ਵਿਆਹ ਕਰਵਾਉਣ ਲਈ, ਉਹ ਜ਼ਿਆਦਾ ਟਾਈਮ ਨਹੀਂ ਰਹੀ। ਉਹ ਕਹਿੰਦੀ ਆ ਮੇਰਾ ਸਮੈਸਟਰ ਸੀ। ਬਈ ਉੱਥੇ 3 ਮਹੀਨੇ ਦੀ ਤੈਨੂੰ ਛੁੱਟੀਆਂ ਸੀ ਵਿੱਚ, ਤੂੰ ਉਹਦੇ ਵਿੱਚ ਚਲ ਜਾਂਦੀ। ਤੂੰ ਕਿਹੜਾ ਉੱਥੇ ਕੋਈ, ਤੈਨੂੰ ਕੀ ਤੇਰਾ ਕਿਹੜਾ ਸਮੈਸਟਰ ਸ਼ੁਰੂ ਹੋਣਾ ਸੀ? ਸਮੈਸਟਰ ਜਾ ਕੇ ਸਤੰਬਰ ਤੋਂ ਸਟਾਰਟ ਹੋਣਾ ਸੀ। 3 ਮਹੀਨੇ ਤੈਨੂੰ ਵਿੱਚ ਘੱਟੋ ਘੱਟ ਗੈਪ ਮਿਲਿਆ ਹੋਣਾ। ਜਿਹੜਾ ਬਾਹਰ ਦਿੰਦਾ ਉਹਨੂੰ ਤਾਂ ਪਤਾ ਵਾ, ਪਰ ਉਹਨੇ ਜਾਣ ਕੇ ਸਾਰੀ ਚੀਜ਼ਾਂ ਇਸ ਤਰ੍ਹਾਂ ਲੱਗ ਰਿਹਾ ਕਿ ਉਹਨੇ ਪਲਾਂਟਿੰਗ ਕੀਤੀ ਹੈ ਕਿ ਕੱਲ੍ਹ ਨੂੰ ਇਹ ਚੀਜ਼ਾਂ ਨੈਗੇਟਿਵ ਜਿੰਨੀਆਂ ਬਣ ਸਕਦੀਆਂ ਬਣ ਜਾਵੇ। ਚਲੋ, ਜੇ ਉਹ ਮੁੰਡਾ ਉਹਨੂੰ ਰਿਕੁਐਸਟ ਕਰਦਾ ਕਿ ਮੈਨੂੰ ਫੋਨ ਕਰ ਲਾ, ਉਹ ਪਹਿਲੀ ਗੱਲ ਤਾਂ ਸਹੀ ਤਰੀਕੇ ਨਾਲ ਪੇਸ਼ ਨਹੀਂ ਆ ਰਹੀ। ਦੂਜੀ ਗੱਲ, ਕੋਈ ਬੰਦਾ ਸੁਸਾਈਡ ਲਈ ਕਹਿ ਰਿਹਾ ਕਿ ਮੈਂ ਸੁਸਾਈਡ ਕਰ ਲੈਣੀ, ਉਹ ਥੰਬਸ ਅਪ ਉਹਨੂੰ ਭੇਜਦੀ ਪਈ ਹੈ ਰਿਪਲਾਈ। ਉੱਤੋਂ ਇੰਟਰਵਿਊ 'ਚ ਕਹਿ ਰਹੀ ਹੈ ਕਿ ਮੈਂ, ਤੁਹਾਨੂੰ ਕੀ ਪਤਾ ਸਾਡੀ ਫੋਨ 'ਤੇ ਵੀ ਗੱਲ ਹੋ ਸਕਦੀ ਹੋਈ। ਚਲੋ ਠੀਕ ਆ, ਤੂੰ ਫੋਨ 'ਤੇ ਵੀ ਪਹਿਲੀ ਗੱਲ ਚਲੋ ਕਰ ਲਈ ਗੱਲ, ਉਸ ਤੋਂ ਬਾਅਦ ਪਰ ਥੰਬਸ ਅਪ ਉਹਦੇ ਤੂੰ ਜਵਾਬ ਤੇ ਤੂੰ ਤਾਂ ਵੀ ਕਿਉਂ ਲਿਖੇਗੀ? ਥੰਬਸ ਅਪ ਇਹ ਬੜਾ ਵੱਡਾ ਕੋਈ ਸੁਸਾਈਡ ਬਾਰੇ ਗੱਲ ਕਰਦਾ ਗਿਆ, ਤੂੰ ਉਹਨੂੰ ਥੰਬਸ ਅਪ ਰਿਪਲਾਈ 'ਚ ਕਰਦੀ ਪਈ ਹੈ। ਔਰ ਚੱਲ ਠੀਕ ਆ, ਫੋਨ ਦੇ ਰਿਕਾਰਡ ਦਿਖਾ ਦੇ। ਉਹ ਇੰਨੀ ਰਿਪੋਰਟਰ ਪੁੱਛਦਾ ਪਿਆ, ਤੂੰ ਵੀ ਫੋਨ ਨਹੀਂ ਕਰਦੀ ਸੀ ਸਹੁਰਿਆਂ ਨੂੰ, ਕਿ ਤੇਰੀ ਕੋਲਾ ਕਦੀ ਜਾਂਦੀ ਨਹੀਂ ਸੀ। ਉਹ ਫਟਾਫਟ ਗੱਲ ਪਲਟ ਗਈ, ਮੈਂ ਤਾਂ ਜੀ ਉਸ ਤੋਂ ਬਾਅਦ ਬੜੇ ਫੋਨ ਕੀਤੇ ਆ ਲਵਪ੍ਰੀਤ ਦੀ ਜਾਨ ਮੰਗੋ। ਉਹ ਪਹਿਲਾਂ ਤੂੰ ਕਿਹਨੂੰ ਫੋਨ ਕੀਤੇ ਆ? ਤੂੰ ਕਾਲ ਡਿਟੇਲ ਤਾਂ ਦੱਸ ਦੇ। ਉਹ ਮੁੰਡੇ ਵਾਲੇ ਕੋਲ ਤਾਂ ਕਾਲ ਡਿਟੇਲ ਹੈਗੀ ਆ। ਉਸ ਮੁੰਡੇ ਨੇ ਵਿਚਾਰੇ ਨੇ ਇੰਨੇ ਪੂਰਾ ਦਿਨ ਰਾਤ ਉਹਨੂੰ ਫੋਨ ਕਾਲ ਟਰਾਈ ਕੀਤੀ ਹੈ ਖੁਦਕੁਸ਼ੀ ਕਰਨ ਤੋਂ ਬਾਅਦ, ਪਹਿਲਾਂ ਕਿ ਇਹ ਗੱਲ ਕੀ ਪਤਾ ਗੱਲ ਹੋ ਜੇ। ਦੂਜੀ ਗੱਲ, ਉਹ ਚਲਾਕੀ ਇੱਕ ਗੱਲ ਹੋਰ ਇੰਟਰਵਿਊ 'ਚ ਕਹਿੰਦੀ ਆ, ਜਦੋਂ ਰਿਪੋਰਟਰ ਉਹਨੂੰ ਪੁੱਛਦੇ ਆ ਕਿ ਤੁਹਾਡੀ ਕਿਸ ਤਰ੍ਹਾਂ ਦੀ ਗੱਲ ਹੁੰਦੀ ਸੀ ਉਹ ਥੋੜ੍ਹੇ ਦਿਨ ਪਹਿਲਾਂ ਉਹਦੇ ਮਰਨ ਤੋਂ ਅੱਗੇ ਨੂੰ, ਮੈਂ ਤੁਹਾਨੂੰ ਸ਼ਹੀਦੀ ਕਹੂੰਗਾ, ਜਿਹੜਾ ਉਹ ਇੰਨੇ ਭਰਾ ਸਾਡਾ ਲੋਕਾਂ ਨੂੰ ਸੁਚੇਤ ਕਰ ਗਿਆ, ਜਗਾ ਗਿਆ ਇਹ ਮੁੱਦਾ, ਜੋ ਕਿ ਬਹੁਤ ਅਹਿਮ ਹੈ ਕਈ ਵਾਲੀ। ਅਤੇ ਇਹ ਚੀਜ਼ਾਂ ਉਹ ਬੜੀ ਚਲਾਕੀ ਨਾਲ ਕਹਿੰਦੀ
ਕਿ ਮੈਂ ਤਾਂ ਅਸੀਂ ਇਹੀ ਗੱਲਾਂ ਹੁੰਦੀਆਂ ਸੀ ਕਿ ਮੈਂ ਜੋਬ ਲੈਟਰ ਹੁਣ ਬਸ ਕੰਮ ਤੋਂ ਲੈ ਕੇ ਅਤੇ ਮੈਂ ਭੇਜਣੀ ਆ ਕਿ ਮੈਂ ਇਸ ਹਫ਼ਤੇ ਆਪਣੇ ਕੰਮ ਤੋਂ ਲੈਟਰ ਲੈਣੀ ਸੀ, ਇਸ ਤਰ੍ਹਾਂ ਉਹਨੇ ਕੋਈ ਗੱਲਾਂ ਕੀਤੀਆਂ। ਤੁਸੀਂ ਉਹਨੂੰ ਪਤਾ ਵਾ ਕਿ ਉਹਦੇ ਉੱਤੇ ਕੁਐਸਚਨ ਆਉਣੇ ਆ ਕਿ ਤੂੰ ਕਿਉਂ ਨਹੀਂ ਭੇਜਿਆ। ਉਹਨੇ ਉਹਦਾ ਵੀ ਜਵਾਬ ਵਿੱਚ ਹੀ ਉਹਦੇ ਜਾਣ ਬੁੱਝ ਕੇ ਵਾੜ ਦਿੱਤਾ ਕਿ ਮੈਂ ਤਾਂ ਬਸ ਭੇਜਣ ਵਾਲੀ ਸੀ, ਪਿੱਛੇ ਭੇਜਣ ਵਾਲੀ ਸੀ। ਜੇ ਤੇ ਗੱਲਾਂ ਹੋ ਰਹੀਆਂ ਸੀ ਕੋਈ ਡਾਕੂਮੈਂਟ ਭੇਜਣ ਵਾਲੀ, ਤਾਂ ਲਵਪ੍ਰੀਤ ਇਹੋ ਜਿਹਾ ਸਟੈਪ ਕਿਉਂ ਲੈਂਦਾ ਵੀ ਹੁਣ ਕੀ ਸੀ ਸਪੈਸ਼ਲ ਹੋ ਰਿਹਾ ਜਿਹੜਾ ਕਿੱਥੇ ਤੱਕ ਪ੍ਰੂਫ ਕਿੱਥੇ ਆ ਕਿ ਇਹ ਗੱਲਾਂ ਚੱਲਦੀਆਂ ਪਈਆਂ ਸੀ। ਕੁਛ ਤਾਂ ਡਾਕੂਮੈਂਟ ਕੋਈ ਇਸ ਬਾਰੇ ਕੋਈ ਗੱਲ ਚੱਲਦੀ ਪਈ ਚੈਟ ਵਿੱਚ, ਕੁਛ ਤਾਂ ਲਿਖਿਆ ਹੋਊਗਾ, ਪਰ ਕਲੀਅਰ ਉਹਦੇ ਇਰਾਦੇ ਦਿਖਦੇ ਪਏ ਆ। ਅਤੇ ਇੰਨਾ ਜੋ ਕਹਿ ਰਹੀ ਆ, ਚਲੋ ਠੀਕ ਆ, ਜੇ ਕੋਈ ਐਕਸਟ੍ਰੀਮ ਕੇਸ ਹੋ ਗਿਆ ਸੀ ਉਹਦੇ ਨਾਲ ਕਿ ਉਹ ਇੱਥੇ ਇੱਕ ਹੋਰ ਰਿਪੋਰਟਰ, ਕਈ ਰਿਪੋਰਟਰ ਗੱਲਾਂ ਕੱਢ ਕੇ ਆ ਰਹੇ ਕਿ ਕੁੜੀ ਛੋਟੀ ਉਮਰ ਦੀ ਸੀ। ਉਹ ਮੇਰੇ ਭਰਾਵੋ ਅਤੇ ਭੈਣੋ, ਉਹਦੇ ਮਾਪੇ ਤਾਂ ਸਿਆਣੇ ਸੀ। ਤੁਸੀਂ ਪਹਿਲਾਂ ਉਹਨਾਂ ਨੇ ਸਟੈਪ ਲਿਆ, ਉਹ ਕੁੜੀ ਬੜੀ ਵਧੀਆ ਆ ਕੇ ਪੈਸੇ ਉਰੋਂ ਤਾਂ ਮੰਗਵਾਉਂਦੀ ਪਈ ਆ, ਸਭ ਕੁਛ ਕਰਦੀ ਪਈ ਆ, ਠੀਕ ਆ, ਚਲੋ ਠੀਕ ਆ, ਤੇਰਾ ਇੰਟਰਸਟ ਨਹੀਂ ਰਿਹਾ। ਲਵਪ੍ਰੀਤ ਨੇ ਵੀ ਵਿੱਚ ਉਹਨੇ ਕਈ ਗੱਲਾਂ ਉਹਨੇ ਕੀਤੀਆਂ ਕਿ ਭਈ ਮੁੰਡੇ ਨੂੰ ਇੱਕ ਵਾਰੀ ਕੈਨੇਡਾ ਬੁਲਾ ਲੈਂਦੇ, ਉੱਥੇ ਜਾ ਕੇ ਤੁਸੀਂ ਛੱਡ ਦਿੰਦੇ, ਠੀਕ ਆ, ਜਾਂ ਤੂੰ ਇੰਡੀਆ ਚਲੀ ਜਾਂਦੀ, ਉਹਨਾਂ ਰਹਿ ਲੈਂਦੀ, ਚਲ ਠੀਕ ਆ, ਤੂੰ ਨਹੀਂ ਰਹਿਣਾ ਸੀ, ਤੈਨੂੰ ਨਹੀਂ ਪਸੰਦ ਸੀ ਮੁੰਡਾ, ਤੂੰ ਉਹਨੂੰ ਉੱਥੇ ਇੱਕ ਵਾਰੀ ਬੁਲਾ ਲੈਂਦੀ, ਚਲ ਠੀਕ ਹੈ, ਨਹੀਂ ਵੀ ਬੁਲਾਉਣਾ ਸੀ, ਤੂੰ ਉਹਨਾਂ ਨਾਲ ਸਾਫ਼-ਸਾਫ਼ ਗੱਲ ਕਰਦੀ ਆਪਣੇ ਸਹੁਰੇ ਕਿ ਦੇਖੋ ਜੀ, ਮੈਂ ਰਿਸ਼ਤੇ 'ਚੋਂ ਬਾਹਰ ਆਉਣਾ ਚਾਹੁੰਦੀ ਹਾਂ, ਉਦੋਂ ਮੇਰੀ ਮਜਬੂਰੀ ਸੀ, ਮੈਨੂੰ ਨਹੀਂ ਪਤਾ ਸੀ, ਮੈਂ ਨਿਆਣੀ ਸੀ, ਮੈਨੂੰ ਸਾਡੇ ਕੋਲ ਗਲਤੀ ਹੋ ਗਈ, ਤੁਸੀਂ ਆਪਣੇ ਪੈਸੇ ਵਾਪਸ ਲੈ ਲਓ। ਅਤੇ ਇੱਕ ਸੁਥਰੇ ਤਰੀਕੇ ਨਾਲ ਇਹਨੂੰ ਇਸ ਗੱਲ ਨੂੰ ਨਿਬੇੜਿਆ ਜਾ ਸਕਦਾ ਸੀ, ਮਾਂ ਪਿਓ ਵੱਲੋਂ ਵੀ ਨਿਬੇੜਿਆ ਜਾ ਸਕਦਾ ਸੀ। ਇਹ ਗੱਲ ਮਾਂ ਪਿਓ ਤੱਕ ਵੀ ਪਹੁੰਚੀ ਸੀ ਕਿ ਕੁੜੀ ਗੱਲ ਨਹੀਂ ਕਰਦੀ, ਉੱਥੇ ਮਾਂ ਪਿਓ ਨੂੰ ਵੀ ਵਿੱਚ ਸਮਝਦਾਰੀ ਨਾਲ ਇਹ ਚੀਜ਼ ਦਿਖਾਉਣੀ ਚਾਹੀਦੀ ਸੀ, ਜੋ ਕਿ ਉਹਨਾਂ ਨੇ ਨਹੀਂ ਦਿਖਾਈ। ਹੁਣ ਜਾਣ ਮਗਰੋਂ ਇਲਜ਼ਾਮ ਲਗਾ ਰਿਹਾ ਨਸ਼ੇ ਕਰਦਾ ਸੀ ਮੁੰਡਾ, ਇਨਡਾਇਰੈਕਟਲੀ ਲੋਕਾਂ ਦੇ ਦਿਮਾਗ 'ਚ ਇਹ ਚੀਜ਼ਾਂ ਪਾਈਆਂ ਜਾ ਰਹੀਆਂ। ਤੂੰ ਉਹਦਾ ਕੋਈ ਉਹ ਜਾਨਵਰ ਇੱਕ ਉਹ ਆਪਣੇ ਆਪ ਨੂੰ ਡਿਫੈਂਡ ਕਰਨ ਤਾਂ ਰਿਹਾ ਕਰ ਨਹੀਂ ਸਕਦਾ ਜਿਹੜਾ ਸਾਡਾ ਵੀਰ ਚਲਾ ਗਿਆ। ਹੁਣ ਉਹਦੇ ਨਾਲ ਤੂੰ ਉਹਦੇ ਉੱਤੇ ਇੱਦਾਂ ਦੇ ਜਾਣ ਬੁੱਝ ਕੇ ਲੋਕਾਂ 'ਚ ਇਹ ਖਬਰਾਂ ਫੈਲਾ ਰਹੀ ਹੈ, ਜੋ ਕਿ ਤੇਰੇ ਕੋਲ ਕੋਈ ਪ੍ਰੂਫ ਨਹੀਂ। ਉਹ ਜਦੋਂ ਤੇਰੇ ਕੋਲ ਐਡਰੈਸ ਮੰਗਦੇ ਪਏ, ਤੂੰ ਐਡਰੈਸ ਕਿਉਂ ਨਹੀਂ ਦੇ ਰਹੀ? ਕੁਛ ਤਾਂ ਉਦੋਂ ਤਾਂ ਨਹੀਂ ਕੋਈ ਰਿਪੋਰਟ ਬਾਹਰ ਆਈ ਸੀ। ਪਹਿਲੀ ਗੱਲ ਤੇਰਾ ਐਡਰੈਸ ਪਹਿਲਾਂ ਵੀ ਨਹੀਂ ਕੋਈ ਭੇਜਿਆ, ਇਹਦਾ ਮਤਲਬ ਸਾਫ਼ ਆ ਕਿ ਤੂੰ ਕੋਈ ਡਾਕੂਮੈਂਟ ਨਹੀਂ ਭੇਜਿਆ। ਤੇਰੀ ਪੂਰੀ ਪਲੈਨਿੰਗ ਸੀ ਕਿ ਮੈਂ ਇਹਨਾਂ ਨੂੰ ਆਪਣੀ ਕੋਈ ਇਨਫੋਰਮੇਸ਼ਨ ਨਹੀਂ ਦੇਣੀ। ਇਹ ਪੂਰਾ ਪਲੈਨ ਕੰਮ ਲੱਗਦਾ, ਇੱਦਾਂ ਨਹੀਂ ਹੁੰਦਾ ਕਿ ਕੋਈ ਕੁੜੀ ਇੱਕ ਚੰਗਾ ਟੱਬਰ ਲਵਪ੍ਰੀਤ ਦਾ, ਉਹਦੇ ਮਾਪੇ ਚੰਗੇ, ਇੰਨੇ ਸਿਆਣੇ ਬੰਦੇ ਹੈਗੇ ਆ, ਇੰਨੇ ਵਿਚਾਰੇ ਭੋਲੇ ਲੱਗਦੇ ਆ, ਜੋ ਕਿ ਮੈਂ ਉਹਨਾਂ ਨੂੰ ਵੀਡੀਓ 'ਤੇ ਦੇਖਦਾ ਆ ਰਿਹਾ। ਅਤੇ ਉਹਨਾਂ ਨੇ ਕੋਈ ਕੁੜੀ ਨੂੰ ਜ਼ਬਰਦਸਤੀ ਵੀ ਨਹੀਂ ਕੀਤੀ ਕਿ ਸਾਨੂੰ ਡਾਕੂਮੈਂਟ ਭੇਜ, ਉਹਨਾਂ ਦੇ ਪੈਸੇ ਲੱਗੇ ਆ, ਪਰ ਉਹ ਬੜੇ ਵੇਟ ਕਰਦੇ ਪਏ ਸੀ। ਪਰ ਠੀਕ ਆ, ਤੁਸੀਂ ਹੁਣ ਜੇ ਲਵਪ੍ਰੀਤ ਨੂੰ ਵੀ ਜੋ ਇੱਦਾਂ ਪੇਸ਼ ਆਉਂਦੀ ਪਈ ਆ, ਮੈਂ ਤਾਂ ਹੈਰਾਨ ਆ, ਪਰ ਕਿ ਉਹਨੇ ਉਹਨਾਂ ਨੂੰ ਆਪਣੀ ਲੋੜ ਲਈ ਯੂਜ਼ ਕੀਤਾ, ਇਹ ਲੱਗ ਰਿਹਾ। ਜੇ ਚੈਟ ਵਿੱਚ ਵੀ ਕੁੜੀ ਦੀ ਉਹਦੀ ਕੋਈ ਇਹ ਨਹੀਂ ਲੱਗ ਰਿਹਾ ਕਿਤੋਂ ਕਿ ਆਪਾਂ ਨੂੰ ਬੈਨੀਫਿਟ ਆਫ ਡਾਊਟ ਵੀ ਦੇ ਰਹੀ, ਜੋ ਕਿ ਆਪਾਂ ਚੈਟ ਅੱਜ ਪੜ੍ਹੀ ਉਹਦੀ ਹੈ ਲਵਪ੍ਰੀਤ ਅਤੇ ਬੇਅੰਤ ਕੌਰ ਦੀ ਹੈ, ਅਤੇ ਆਪਾਂ ਨੂੰ ਇਹ ਨਹੀਂ ਕੋਈ ਲੱਗ ਰਿਹਾ ਕਿ ਬੇਅੰਤ ਕੌਰ ਨੂੰ ਆਪਾਂ ਕੋਈ ਬੈਨੀਫਿਟ ਆਫ ਡਾਊਟ ਦੇ ਰਹੀ ਹੈ ਕਿ ਇਹ ਹੋ ਸਕਦਾ ਸਹੀ ਜੋ ਕਹਿ ਰਹੀ। ਅਤੇ ਮੈਂ ਤੁਹਾਨੂੰ ਇਹੀ ਵਾਰ-ਵਾਰ ਕਹਿ ਰਿਹਾ, ਇੱਕ ਤਾਂ ਇਹ ਪਹਿਲੀ ਗੱਲ ਕੇਸ ਲੰਮਾ ਜਾਊਗਾ, ਡਿਪੋਰਟ ਕਰਨਾ ਇੰਨਾ ਈਜ਼ੀ ਨਹੀਂ ਹੈਗਾ। ਮੈਨੂੰ ਪਤਾ ਬਹੁਤ ਸਾਰੇ ਵੀਡੀਓਜ਼ ਹੈਗੇ ਆ YouTube 'ਤੇ, ਉਹ ਆਪਣੀ ਵਿਊਸ਼ਿਪ ਪਾਉਣ ਲਈ ਗਲਤ ਮੈਸੇਜ, ਗਲਤ ਟੌਪਿਕ ਚੂਜ਼ ਕਰਦੇ ਆ ਕਿ ਰਿਪੋਰਟ ਹੋ ਗਈ ਫਲਾਣਾ ਢਮਕਾਣਾ। ਇਹ ਚੀਜ਼ ਇੰਨੀ ਆਸਾਨ ਨਹੀਂ ਹੈਗੀ। ਜਿਹੜੇ ਜਾਣਕਾਰ ਬੰਦੇ ਜਿਨ੍ਹਾਂ ਨੂੰ ਪਤਾ ਵਾ ਸਭ, ਦੇਖੋ ਇਹ 2-3 ਕੇਸ 'ਚ ਹੋ ਸਕਦਾ। ਜੇ ਤਾਂ ਉਹ ਕੈਨੇਡਾ 'ਚ ਡਿਪੋਰਟ ਉਹਨੂੰ ਤੈਅ ਕੀਤਾ ਜਾ ਸਕਦਾ ਕਿ ਕੈਨੇਡਾ 'ਚ ਉਹਦੀ ਕੋਈ ਗਲਤੀ ਲੱਭੀ ਜਾਵੇ, ਜਿਵੇਂ ਕਿ ਉਹਨੇ ਕੋਈ ਐਪਲੀਕੇਸ਼ਨ ਇਮੀਗ੍ਰੇਸ਼ਨ ਦੀ, ਕੋਈ ਐਪਲੀਕੇਸ਼ਨ ਵੀਜ਼ੇ ਦੀ ਪਾਈ ਹੋਵੇ, ਜੇ 'ਚ ਉਹਨੇ ਗਲਤ ਇਨਫੋਰਮੇਸ਼ਨ ਦਿੱਤੀ, ਜਿਵੇਂ ਕਿ ਲਵਪ੍ਰੀਤ ਦਾ ਚਾਚਾ ਵੀ ਕਹਿ ਰਿਹਾ ਕਿ ਹੋ ਸਕਦਾ ਕਿ ਉਹਨੇ ਆਪਣਾ ਸਿੰਗਲ ਲਿਖਾਇਆ ਕਿ ਮੈਰਿਡ ਹੋਣ ਦੇ ਬਾਵਜੂਦ, ਜਦੋਂ ਉਹਨੇ ਵਰਕ ਪਰਮਿਟ ਅਪਲਾਈ ਕੀਤਾ। ਇੱਦਾਂ ਦੀ ਗਲਤੀਆਂ ਡੈਫੀਨੇਟਲੀ
ਹੈਲਪ ਕਰ ਸਕਦੀ, ਪਰ ਆਪਾਂ ਨੂੰ ਹਜੇ ਪਤਾ ਨਹੀਂ ਹੈ ਤੇ ਆਪਾਂ ਕੋਈ ਵੀ ਇਹ ਕਹਿ ਨਹੀਂ ਸਕਦੇ। ਕੁੜੀ ਬੜੀ ਹੀ ਸੋਚ ਸਮਝ ਕੇ ਸਟੈਪ ਉਠਾ ਰਹੀ ਹੈ। ਉਹਨੇ ਆਪਣੀ ਸਾਰੀ ਇਨਫੋਰਮੇਸ਼ਨ ਬੜੇ ਧਿਆਨ ਨਾਲ ਕੰਸੀਲ ਕੀਤੀ ਹੋਈ ਹੈ ਕਿ ਹੁਣ ਤੱਕ ਬਹੁਤ ਲਿਮਟਿਡ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ। ਨਹੀਂ ਤਾਂ ਇੰਨਾ ਕੈਨੇਡਾ 'ਚ ਇੰਨੇ ਬੰਦੇ ਰਹਿੰਦੇ ਆ ਕਿ ਕੋਈ ਨਾ ਕੋਈ ਇਨਫੋਰਮੇਸ਼ਨ ਮਿਲ ਜਾਣੀ ਚਾਹੀਦੀ। ਜਿੱਥੇ ਤੱਕ ਮੇਰਾ ਖਿਆਲ ਕਿ ਉਹ ਮੁੰਡਾ ਵੀ ਸਾਹਮਣੇ ਨਹੀਂ ਆ ਰਿਹਾ। ਮੈਨੂੰ ਪਤਾ ਵਾ ਕਿ ਉਹ ਇੱਕ ਆਪਣੀ, ਦੇਖੋ ਆਪਣਾ ਤਾਂ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਤਾਂ ਇੱਦਾਂ ਕਹਿ ਸਕਦੇ, ਮਾੜਾ ਕਿਸੇ ਨੂੰ ਇੱਦਾਂ ਨਹੀਂ ਕਹਿ ਸਕਦੇ ਕਿ ਉਹ ਮੁੰਡੇ ਦੀ ਵੀ ਮਜਬੂਰੀ ਹੋ ਸਕਦੀ ਹੈ। ਕੀ ਪਤਾ ਉਹਨੂੰ ਨਹੀਂ ਪਤਾ ਹੋਵੇ ਇਸ ਕੇਸ ਬਾਰੇ, ਉਹਨੂੰ ਕੁਝ ਕਿਹਾ ਹੋਵੇ ਕਿ ਠੀਕ ਆ ਸਾਡਾ ਕੋਈ ਕੰਟਰੈਕਟ ਹੋਇਆ, ਕੋਈ ਦੱਸਿਆ ਵੀ ਹੋਊਗਾ ਮੇਰਾ ਵਿਆਹ ਹੋਇਆ ਅਤੇ ਉਹਨੂੰ ਦੱਸਿਆ ਹੋਣਾ ਕਿ ਮੇਰਾ ਕੋਈ ਰੀਅਲ ਨਹੀਂ ਹਸਬੈਂਡ, ਅਤੇ ਉਹ ਆਪਣੇ ਅੱਗੇ ਆ ਕੇ ਕਿੱਦਾਂ ਉਹ ਸਾਹਮਣੇ ਆ ਜਾਵੇ ਤੁਹਾਨੂੰ ਸਾਰਾ ਦੱਸਣ ਲਈ। ਕਿਉਂਕਿ ਪਰ ਮੈਂ ਉਹਨੂੰ ਕਹੂੰਗਾ ਕਿ ਬਿਹਾਈਂਡ ਦਾ ਸੀਨ ਚਲੋ ਫੇਸ ਟੂ ਫੇਸ ਨਾ ਆਵੇ, ਕੋਈ ਦੱਸ ਦੇਵੇ ਕਿਸੇ ਨੂੰ, ਥੋੜ੍ਹੀ ਬਹੁਤ ਹੈਲਪ ਕਰਦੇ ਕੇਸ 'ਚ ਉਸ ਕੁੜੀ ਦਾ ਪਰਦਾਫਾਸ਼ ਕਰਨ ਲਈ। ਕਿਉਂਕਿ ਉਹਦੀ ਵੀ ਫੈਮਿਲੀ ਹੈ ਮੁੰਡੇ ਦੀ, ਉਹ ਵੀ ਇੱਕ ਸਾਡਾ ਭਰਾ, ਉਹਦੇ ਵੀ ਮਾਂ ਪਿਓ ਉਹ ਵੀ ਚਿੰਤਿਤ ਹੋ ਸਕਦੇ ਹੈ ਕਿ ਉਹਨਾਂ ਦੀ ਨਾਲ ਬੇਇੱਜ਼ਤੀ ਇੱਦਾਂ ਹੁੰਦੀ ਹੈ। ਅਤੇ ਉਹ ਕੁੜੀ, ਜੇ ਆਪਾਂ FIR ਬਹੁਤ ਇੰਪੋਰਟੈਂਟ ਹੈ, ਆਪਾਂ FIR ਕੀਤੀ ਜਾਵੇ। ਦੇਖੋ ਕਈ ਇੱਦਾਂ ਦੇ ਕੇਸ ਵੀ ਹੋਏ ਆ। ਮੈਂ ਹੁਣ ਇਸ ਚੀਜ਼ ਬਾਰੇ ਗੱਲ ਕਰਨਾ ਚਾਹੁੰਦਾ ਕਿ ਬੇਅੰਤ ਕੌਰ ਨੂੰ ਕਿੱਦਾਂ ਲਿਆਂਦਾ ਜਾ ਸਕਦਾ। ਕਈ ਚੀਜ਼ਾਂ ਫਰੰਟ 'ਤੇ ਕੁਛ ਹੋਰ ਦਿਖਾਈ ਜਾਂਦੀ ਆ, ਬੈਕ 'ਤੇ ਕੁਛ ਹੋਰ ਹੁੰਦੀ ਆ। ਮੈਂ ਇਹਦੀ ਕੋਈ ਸਪੋਰਟ ਨਹੀਂ ਕਰਦਾ, ਮੈਂ ਸਿਰਫ ਤੁਹਾਨੂੰ ਦੱਸ ਰਿਹਾ ਵਾ ਕਿ ਕਈ ਵਾਰੀ ਕੀ ਹੁੰਦਾ ਕਿ ਪਿੱਛੇ ਜਿਵੇਂ ਦੀ ਕੋਈ ਕੁੜੀ ਦੀ ਜਾਂ ਮੁੰਡੇ ਦੀ ਫੈਮਿਲੀ ਇੰਡੀਆ 'ਚ ਹੋਵੇ ਅਤੇ ਉਹਦੇ ਉੱਤੇ ਕੋਈ FIR ਕੀਤੀ ਜਾਂਦੀ ਹੈ, ਅਤੇ ਫਿਰ ਕੁੜੀ ਜਾਂ ਮੁੰਡਾ ਜੋ ਬਾਹਰ ਬੈਠੇ ਉੱਤੇ ਦਬਾਅ ਬਣਾਇਆ ਜਾਂਦਾ ਕਿ ਤੂੰ ਆ ਜਾ ਇੱਥੇ, ਅਤੇ ਜੇ ਤੂੰ ਚਾਹੁੰਦੀ ਹੈ ਕਿ ਇਹਨਾਂ ਨੂੰ FIR ਤੋਂ ਅਸੀਂ ਕੱਢ ਦਈਏ, ਨਹੀਂ ਤਾਂ ਕਈ ਉਹਨੂੰ ਆਪਾਂ ਇਲੀਗਲ ਤਰੀਕੇ ਵੀ ਕਹਿ ਸਕਦੇ ਹਾਂ, ਉਹ ਆਪਾਂ ਸਪੋਰਟ ਨਹੀਂ ਕਰਦੇ। ਪਰ ਕਈ ਹੁੰਦੇ ਆ ਫਰੰਟ 'ਤੇ ਤਾਂ ਕੋਈ ਦੱਸੂਗਾ ਨਹੀਂ ਕਿ ਅਸੀਂ ਇੱਦਾਂ ਬੁਲਾਇਆ। ਦੂਜੀ ਗੱਲ, ਜੇ FIR ਪਹਿਲੀ ਗੱਲ ਤਾਂ ਹੋਣੀ ਚਾਹੀਦੀ ਹੈ ਕਿ ਬੇਅੰਤ ਕੌਰ 'ਤੇ, ਅਤੇ ਉਹਦੀ ਜਦੋਂ PCC ਆਊਗੀ ਉਹਨੇ PR ਲਈ ਅਪਲਾਈ ਕਰਨਾ, ਉਹ ਕਲੀਅਰ ਨਹੀਂ ਹੋਣੀ ਅਤੇ ਉਹ ਆਪਣੇ ਆਪ ਹੀ ਐਕਸਪਾਇਰ ਹੋ ਜਾਣੀ ਰਿਕੁਐਸਟ, ਅਤੇ ਉਹਦੀ ਉੱਥੇ ਐਪਲੀਕੇਸ਼ਨ ਰਿਜੈਕਟ ਹੋ ਜਾਊਗੀ PR ਦੀ। ਮੈਂ ਇੱਥੇ ਇਹ ਜ਼ਰੂਰ ਕਹੂੰਗਾ ਲਵਪ੍ਰੀਤ ਦੇ ਫੈਮਿਲੀ ਨੂੰ ਕਿ ਜਿਹੜਾ ਕੁੜੀ ਦਾ ਜਿਹੜਾ ਜੱਦੀ ਪਿੰਡ ਆ, ਉੱਥੇ ਉਹਦੇ ਥਾਣੇ ਵਿੱਚ ਪੂਰੀ ਇਨਫੋਰਮੇਸ਼ਨ ਇਹ ਕਈ ਬੜੇ ਹੀ ਤਰੀਕੇ ਨਾਲ ਕਈ ਕਢਵਾ ਲੈਂਦੇ ਆ ਸਕਸੈਸਫੁਲੀ। ਇਸ ਲਈ ਇਹ ਪੂਰੀ ਇਨਫੋਰਮੇਸ਼ਨ ਕਿਸੇ ਇੱਕ ਲੀਗਲ ਬੰਦੇ ਦੀ ਸਲਾਹ ਨਾਲ ਕੀਤਾ ਜਾਵੇ ਕੰਮ, ਤਾਂ ਕਿ ਉਹਦੀ PCC ਕਲੀਅਰ ਨਾ ਹੋ ਪਾਵੇ। ਅਤੇ ਜੇ PCC ਨਾ ਹੋਈ ਤਾਂ ਉਹਦੇ ਕੋਲ ਕੋਈ ਇਨਫੋਰਮੇਸ਼ਨ ਉਹਦਾ ਕੋਈ ਆਪਸ਼ਨ ਨਹੀਂ ਇਸ ਤਰ੍ਹਾਂ ਦੀ ਰਹਿਣੀ PR ਦੀ। ਅਤੇ ਜੇ ਪਾਸਪੋਰਟ ਵੀ ਜਿਵੇਂ ਐਕਸਪਾਇਰ ਹੋਊਗਾ ਇੰਡੀਆ ਦਾ, ਜੇ FIR ਹੋਊਗੀ ਅਤੇ ਉਹ ਵੀ ਇੱਕ ਉਹਨੂੰ ਪ੍ਰੋਬਲਮ ਆਊਗੀ। ਲੇਕਿਨ ਉਹ ਕੁੜੀ ਜਿੱਦਾਂ ਗੱਲਾਂ ਕੀਤੀਆਂ ਕਰ ਰਹੀ ਹੈ ਸਾਹਮਣੇ ਆ ਕੇ ਵੀਡੀਓ 'ਤੇ, ਇਹ ਚੀਜ਼ ਬੜੀ ਹੀ ਕਲੀਅਰ ਦਿਖਦੀ ਆ ਕਿ ਉਹਨੂੰ ਉਹ ਸਾਰੇ ਕਾਨੂੰਨੀ ਦਾਅ ਪੇਚ ਸਭ ਕੁਝ ਧਿਆਨ ਨਾਲ ਚੱਲਦੀ ਪਈ ਹੈ। ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਦੀ ਸਟਾਰਟ 'ਤੇ ਕਿਹਾ ਸੀ ਕਿ ਕੋਈ ਵੀ ਉਹਨੂੰ ਇਮੋਸ਼ਨਲ ਹੋ ਕੇ ਵੀ ਕਿਸੇ ਤਰ੍ਹਾਂ ਦਾ ਕੋਈ ਗਲਤ ਕੋਈ ਵਾਰਨਿੰਗ ਮੈਸੇਜ ਕੁਛ ਇਸ ਤਰ੍ਹਾਂ ਦਾ ਨਾ ਕਰੋ ਕੁੜੀ ਨੂੰ, ਕਿ ਉਹਨੇ ਨਹੀਂ ਤਾਂ ਜਦੋਂ ਉਹਦੇ ਕੋਲ ਬਾਕੀ ਸਾਰੇ ਦਾਅ ਪੇਚ ਉਹਨੇ ਚੱਲ ਲਏ PR ਲਈ, ਨਹੀਂ ਹੋਇਆ, ਉਹਨੇ ਉੱਥੇ ਰਿਫਿਊਜੀ ਸਟੇਟਸ ਅਪਲਾਈ ਕਰ ਦੇਣਾ। ਅਤੇ ਰਿਫਿਊਜੀ ਸਟੇਟਸ ਉਹਨੇ ਕਿਸ ਬੇਸ 'ਤੇ ਅਪਲਾਈ ਕਰਨਾ, ਉਹਨੇ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਦੇਣਾ ਕਿ ਦੇਖੋ ਮੈਨੂੰ ਧਮਕੀਆਂ ਮਿਲਦੀਆਂ ਪਈਆਂ, ਮੈਂ ਜੇ ਇੰਡੀਆ ਗਈ ਅਤੇ ਮੇਰੀ ਜਾਨ ਨੂੰ ਖਤਰਾ। ਉਹਦੇ ਈਵਨ ਕਿ ਉਹ ਇਹਦੇ ਬੇਸ 'ਤੇ ਆਪਣੇ ਪੂਰੀ ਫੈਮਿਲੀ ਨੂੰ ਕਢਵਾ ਸਕਦੀ ਹੈ ਉੱਥੋਂ ਇੰਡੀਆ ਤੋਂ। ਇਸ ਕਰਕੇ ਮੈਂ ਕਹੂੰਗਾ ਕਿ ਇਹ ਕੰਮ ਨਾ ਕਰੋ। ਇਹ ਤੁਸੀਂ ਸਾਡੇ ਭਰਾ ਲਵਪ੍ਰੀਤ ਨੂੰ ਕੋਈ ਇਹਦਾ ਹੈਲਪ ਨਹੀਂ ਕਰਦੇ ਪਏ। ਦੇਖੋ ਆਪਾਂ ਵੀਡੀਓ 'ਤੇ ਉਹਨੂੰ ਸਾਰੇ ਸਾਹਮਣੇ ਸੱਚਾ ਜੋ ਵੀ ਆ ਹੋਇਆ ਸਾਰਿਆਂ ਨੂੰ ਪਤਾ, ਦੁਨੀਆ ਨੂੰ ਪਤਾ, ਸਭ ਕੁਛ ਆ ਚੁੱਕਾ, ਸਭ ਜਾਣਨ ਲੱਗ ਪਏ ਬੇਅੰਤ ਕੌਰ ਕੌਣ ਆ, ਕੀ ਕੀਤਾ ਉਹਨੇ, ਕਿਸ ਤਰ੍ਹਾਂ। ਅਤੇ ਇਹ ਚੀਜ਼ਾਂ ਇਹਨੂੰ ਬੜੀ ਹੀ ਸਮਝਦਾਰੀ ਨਾਲ ਲੀਗਲ ਵੇ ਨਾਲ ਇਹਦੇ ਚੱਲੋ। ਇਹ ਤੁਹਾਡੇ ਲਈ ਵੀ ਚੰਗਾ ਨਹੀਂ ਹੈ ਜੇ ਤਾਂ ਕੋਈ ਕੰਪਲੇਨ ਬਾਈ ਚਾਂਸ ਹੁੰਦੀ ਹੈ। ਦੇਖੋ ਉਹਨੇ ਵੀਡੀਓ 'ਚ ਵੀ ਉਹਨੂੰ ਪਤਾ ਵਾ, ਉਹ ਇੱਕ ਪੁਲਿਸ ਕੋ ਹੋ ਆਈ, ਉਹਨੇ ਜਾਣ ਕੇ ਇਹ ਗੱਲਾਂ ਕੀਤੀ ਆ। ਉਹਦਾ ਮਕਸਦ ਕੀ ਸੀ ਕਿ ਉਹ ਡਰਾਵੇ ਲੋਕਾਂ ਨੂੰ ਕਿ ਦੇਖੋ ਉਹ ਇੱਕ ਜੋ ਕਿ ਉਹਨੂੰ ਉੱਤੇ
ਇਲਜ਼ਾਮ ਲਗਾ ਰਹੇ ਆ ਉਹ ਇੱਕ ਕਾਨੂੰਨੀ ਤਰੀਕੇ ਨਾਲ ਉਹਨੂੰ ਡਰਾ ਰਹੀ ਸੀ। ਜੇ ਆਪਾਂ ਉਹਨੂੰ ਪਰਸਨਲ ਆਪਾਂ ਉਹਨੂੰ ਪ੍ਰੋਬਲਮ ਨਹੀਂ ਪਹੁੰਚਾ ਰਹੇ, ਆਪਾਂ ਇੱਕ ਬੜੀ ਹੀ ਸੁਲਝੇ ਤਰੀਕੇ ਨਾਲ ਗੱਲ ਕਰਦੇ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ। ਇਸ ਕਰਕੇ ਆਪਾਂ ਨੂੰ ਉਹਨੂੰ ਅਪਰੋਚ ਕਰਨ ਦੀ ਕੀ ਪਈ ਹੈ, ਉਹ ਤਾਂ ਲੀਗਲ ਜੋ ਕੰਮ ਕਰੂਗਾ, ਠੀਕ ਹੈ ਨਾ। ਇਸ ਕਰਕੇ ਪਲੀਜ਼ ਇਹੋ ਜਿਹੇ ਕੰਮ ਨਾ ਕਰੋ, ਇੱਦਾਂ ਦੀ ਕੋਈ ਹੈਲਪ ਨਹੀਂ ਨਾ ਹੋਣੀ ਆਪਣੇ ਕੇਸ ਵਿੱਚ। ਬਾਕੀ ਮੈਨੂੰ ਤਾਂ ਕੋਈ ਕੇਸ ਪੂਰੇ 'ਚ ਉਸ ਕੁੜੀ ਦੀ ਉਹ ਨਹੀਂ ਲੱਗੀ। ਉਸ ਕੁੜੀ ਕੋਲ ਆਪਸ਼ਨ ਸੀ, ਜੇ ਨਿਆਣਮਤੀ ਵਿਆਹ ਹੋ ਵੀ ਗਿਆ ਸੀ ਉਹ ਵਿੱਚੋਂ ਨਿਕਲ ਸਕਦੀ ਸੀ ਪੈਸੇ ਦੇ ਕੇ। ਜੇ ਪੈਸੇ ਵੀ ਨਹੀਂ ਦੇਣਾ ਚਾਹੁੰਦੀ ਸੀ ਫਿਰ ਇਹਨੂੰ ਮੈਂ ਸਹੀ ਨਹੀਂ ਕਹੂੰਗਾ, ਪੇਰੈਂਟਸ ਦੀ ਵੀ ਇੱਥੇ ਗਲਤੀ ਕਹੂੰਗਾ ਕੁੜੀ ਵਾਲਿਆਂ ਦੀ। ਮੁੰਡੇ ਵਾਲਿਆਂ ਦੀ ਦੇਖੋ ਗਲਤੀ, ਜੇ ਆਪਾਂ ਕਹੀਏ ਕਿ ਉਹਨਾਂ ਨੇ ਸੌਦਾ ਕੀਤਾ ਸੀ, ਮੈਂ ਸੌਦਾ ਨਹੀਂ ਕਹੂੰਗਾ ਇਹਨੂੰ। ਆਪਾਂ ਸੌਦਾ ਕਿੱਦਾਂ ਕਹਿ ਸਕਦੇ? ਜੇ ਕੁੜੀ ਨੂੰ ਆਪਾਂ ਵਿਆਹ ਕਰਦੇ ਪਏ ਆ ਕਿਸੇ ਘਰ, ਆਪਾਂ ਦੇਖਦੇ ਪਏ ਮੁੰਡਾ ਕਰਦਾ ਕੀ, ਕਿ ਮੁੰਡੇ ਸਰਕਾਰੀ ਨੌਕਰੀ ਲੱਗੀ ਆ, ਮੁੰਡੇ ਦਾ ਬਿਜ਼ਨਸ ਆ, ਮੁੰਡਾ ਜੋਬ ਕਰਦਾ, ਕੀ ਕਰਦਾ, ਇਹ ਸਾਰੀ ਚੀਜ਼ਾਂ ਆਪਾਂ ਦੇਖਦੇ। ਆਪਾਂ ਇਕੱਲਾ ਮੋਰਲੀ ਤਾਂ ਨਹੀਂ ਸਭ ਕੁਝ ਚੱਲਦੇ, ਆਪਾਂ ਪ੍ਰੈਕਟੀਕਲ ਵੀ ਤਾਂ ਦੇਖਦੇ ਆ ਨਾ। ਇਸ ਕਰਕੇ ਜੇ ਉਹਨਾਂ ਨੇ ਪਹਿਲਾਂ ਦੇਖ ਲਿਆ ਕਿ ਚਲੋ ਠੀਕ ਹੈ, ਜੇ ਕੁੜੀ ਕੈਨੇਡਾ ਜਾ ਸਕਦੀ ਉਹਦੇ ਬੇਸ 'ਤੇ ਇਹਨੂੰ ਮੈਂ ਗਲਤ ਨਹੀਂ ਕਹੂੰਗਾ। ਉਹਨਾਂ ਦੀ ਜੋ ਕਿ ਮੈਨੂੰ ਲੱਗ ਰਿਹਾ ਉਹਨਾਂ ਦੀ ਗੱਲਬਾਤ 'ਤੇ, ਕਿ ਉਹਨਾਂ ਨੇ ਕਿਹਾ ਠੀਕ ਹੈ, ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇ ਨਹੀਂ ਹੋਇਆ ਤਾਂ ਆਪਾਂ ਉਹਨੂੰ ਕੁੜੀ ਨੂੰ ਅਪਣਾਵਾਂਗੇ। ਇਹ ਇੱਕ ਜੈਨੂਅਨ ਵੈਡਿੰਗ ਹੀ ਹੋਈ ਸੀ, ਜੋ ਕਿ ਗੱਲਾਂ ਤੋਂ ਲੱਗ ਰਿਹਾ। ਇਸ ਕਰਕੇ ਇਹ ਸੌਦਾ ਜੋ ਕਿ ਬਾਰ ਜਰਨਲਿਸਟ ਇਹਨ 'ਚ ਚੱਕ ਰਹੇ ਆ, ਇਹ ਠੀਕ ਆ, ਹੁੰਦੇ ਉਹ ਵੀ ਕੇਸ, ਪਰ ਇਹ 'ਚ ਮੈਨੂੰ ਨਹੀਂ ਇਸ ਤਰ੍ਹਾਂ ਲੱਗ ਰਿਹਾ। ਤਾਂ ਮੈਂ ਇਸ ਬਾਰੇ ਮੇਰਾ ਜ਼ਿਆਦਾ ਝੁਕਾਅ ਇਹਨੂੰ ਇੱਕ ਜੈਨੂਅਨ ਲੀਗਲ ਵੈਡਿੰਗ ਵੱਲ ਹੀ ਜਾਊਗਾ। ਬਾਕੀ ਆਪਾਂ ਤਾਂ ਉਸੇ ਬੇਸ 'ਤੇ ਹੁਣ ਤੱਕ ਗੱਲ ਸਾਰੀ ਕੀਤੀ ਹੈ, ਜੋ ਕਿ ਪਬਲਿਕ ਪਲੇਟਫਾਰਮ 'ਤੇ ਹੈ। ਔਰ ਸਾਨੂੰ ਲਵਪ੍ਰੀਤ ਦੇ ਘਰਦਿਆਂ ਨਾਲ ਪੂਰੀ ਹਮਦਰਦੀ ਹੈ। ਅਸੀਂ ਉਹਦੇ ਲਈ ਪ੍ਰਮਾਤਮਾ ਤੋਂ, ਵਾਹਿਗੁਰੂ ਤੋਂ ਅਰਦਾਸ ਕਰਾਂਗੇ ਕਿ ਮੇਰੇ ਭਰਾ ਨੂੰ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਹਨੂੰ ਇਨਸਾਫ ਮਿਲੇ। ਬਾਕੀ ਇੱਕ ਹੋਰ ਵੀਡੀਓ ਲੈ ਕੇ ਮੈਂ ਜਲਦ ਹਾਜ਼ਰ ਹੋਊਂਗਾ। ਪਲੀਜ਼ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ।